प्यारे बच्चों, समाजिक की क्लास विच अज फिर तुहाडा स्वागत है। अज असीं 10वीं जमात का पाठ 11वां जो कि नागरिक शास्त्र नाल संबंधित है, केंद्री सरकार। इनू बच्चों पहला माइंड मैपां राहीं स्लाइडां राहीं समझांगे ते फिर अखीर विच इस दे प्रश्नां दे उत्तर करांगे। बेटा पाठ नूं चंगी तरह ध्यान नाल समझण लई वीडियो नूं पूरी जरूर देखिया करो ते अंत विच फिर प्रश्नां दे उत्तर है जिहड़े ओह अपनी कापी दे उपर नोट कर लिया करो। पहली स्लाइड दे विच असीं देखांगे संविधान अधीन भारत विच संसदी लोकतंत्री शासन प्रणाली दी जिहड़ी स्थापना गी ओह कीती गई हैगी। अगली स्लाइड दे विच साडी जिहड़ी केंद्री सरकार दे मुख अंग ने गे बेटा वो 3 मुख अंग ने जिहड़े असीं ज़्यादातर 7वीं तो भी पढ़ते आ रहे हैं। विधान पालिका, कार्यपालिका और न्यायपालिका। विधान पालिका दे विच साडी संसद आ जाती है जी, साडा उपरला ते हेठला सदन, लोक सभा ते राज सभा। कार्यपालिका दे विच साडा राष्ट्रपति, प्रधानमंत्री ते मंत्री परिषद। न्यायपालिका इहदे विच साडी सुप्रीम कोर्ट आ जिहड़ी बच्चे ओह आ जांदी हैगी। इस तो बाद असीं लोक सभा दा बारे चर्चा करांगे। लोक सभा दा पहलां सब तो मैंबर बनने लई सानूं की योग्यतावां ने जिहड़ियां ओह चाहीदियां ने। जिहड़ा इंसान है, व्यक्ति है, वो भारत दा नागरिक होना चाहीदा है और उहदी उम्र है जिहड़ी ओह 25 साल तो वध होनी चाहीदी है ते ओह किसी सरकारी अहुदे ते ना होवे अते पागल जां दिवालिया भी ना होवे जां उहनूं नागरिकता तो वांझा भी ना कीता गया होवे। इस तो बाद असीं लोक सभा दी बनतर दी गल करांगे बच्चों। लोक सभा दे विच साडे कोले वध तो वध ने जिहड़े पहलां 550 मैंबर हो सकदे सी, पर 1973 विच 31ਵੀਂ ਸੋਧ आ जिहड़ी संविधान सोध द्वारा मैंबरां दी संख्या जिहड़ी ओह 545 कर दित्ती गई है। ਇਹਦੇ ਵਿੱਚੋਂ ਬੱਚਿਓ 530 ਮੈਂਬਰ ਨੇ ਜਿਹੜੇ ਉਹ ਰਾਜ ਦੇ ਲੋਕਾਂ ਦੀ ਅਤੇ 13 ਮੈਂਬਰ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਨੇ ਅਤੇ ਰਾਸ਼ਟਰਪਤੀ ਲੋਕ ਸਭਾ ਵਿੱਚ 2 ਐਂਗਲੋ ਇੰਡੀਅਨ ਮੈਂਬਰ ਵੀ ਨਾਮਜ਼ਦ ਕਰ ਸਕਦਾ ਹੈਗਾ। ਇਸ ਦਾ ਜਿਹੜਾ ਕਾਰਜਕਾਲ ਹੈ ਬੱਚਿਓ ਉਹ 5 ਸਾਲ ਦਾ ਹੁੰਦਾ ਹੈਗਾ ਤੇ ਕੋਈ ਸੰਕਟ ਕਾਲ ਦੌਰਾਨ ਲੋਕ ਸਭਾ ਦਾ ਕਾਰਜਕਾਲ ਹੈ ਇੱਕ ਸਮੇਂ ਵਿੱਚ ਸੰਸਦ ਦੁਆਰਾ 1 ਸਾਲ ਲਈ ਵਧਾਇਆ ਵੀ ਜਾ ਸਕਦਾ ਹੈਗਾ ਤੇ ਇਹਨੂੰ ਸਮੇਂ ਤੋਂ ਪਹਿਲਾਂ ਵੀ ਰਾਸ਼ਟਰਪਤੀ ਮੰਤਰੀ ਪਰਿਸ਼ਦ ਦੀ ਸਿਫਾਰਿਸ਼ ਤੇ ਭੰਗ ਵੀ ਕਰ ਸਕਦਾ ਹੈਗਾ। ਨਾਲ ਤੁਸੀਂ ਲੋਕ ਸਭਾ ਦੀ ਜਿਹੜੀ ਤਸਵੀਰ ਹੈ ਬੱਚਿਓ ਉਹ ਵੀ ਦੇਖ ਸਕਦੇ ਹੋ। ਅੱਗੇ ਅਸੀਂ ਲੋਕ ਸਭਾ ਦੇ ਸਪੀਕਰ ਦੀ ਗੱਲ ਕਰਾਂਗੇ ਬੇਟਾ। ਚੋਣਾਂ ਤੋਂ ਬਾਅਦ ਜਦੋਂ ਨਵੀਂ ਲੋਕ ਸਭਾ ਆਪਣੇ ਹੀ ਮੈਂਬਰਾਂ ਵਿੱਚੋਂ ਸਪੀਕਰ ਅਤੇ ਡਿਪਟੀ ਸਪੀਕਰ ਚੁਣਦੀ ਹੈ। ਤਸਵੀਰ ਦੇ ਵਿੱਚ ਤੁਸੀਂ ਸਪੀਕਰ ਦੀ ਜਿਹੜੀ ਕੁਰਸੀ ਆ ਉਹ ਬੇਟਾ ਦੇਖ ਸਕਦੇ ਹੋ। ਸਪੀਕਰ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਤੇ ਇਸ ਸਦਨ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈਗਾ ਤੇ ਸਾਰੇ ਮੈਂਬਰ ਸਪੀਕਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਨੇ। ਇਹ ਜ਼ਿਆਦਾਤਰ ਜਿਹੜਾ ਸਧਾਰਨ ਤੌਰ ਤੇ ਸਪੀਕਰ ਹੈ ਜਿਹੜਾ ਉਹ ਬਹੁਮਤ ਦਲ ਦਾ ਵਿਅਕਤੀ ਹੀ ਹੁੰਦਾ ਹੈਗਾ, ਪਰ ਜਦੋਂ ਉਹ ਚੁਣਿਆ ਜਾਂਦਾ ਤਾਂ ਉਹ ਸਦਨ ਦੀ ਕਾਰਵਾਈ ਹੈ ਜਿਹੜੀ ਉਹ ਨਿਰਪੱਖਤਾ ਨਾਲ ਕਰਨ ਦਾ ਯਤਨ ਕਰਦਾ ਹੈਗਾ। ਇਸ ਤੋਂ ਬਾਅਦ ਬੇਟਾ ਅਸੀਂ ਰਾਜ ਸਭਾ ਦੀ ਗੱਲ ਕਰਾਂਗੇ। ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਰਾਜ ਸਭਾ ਦੇ ਮੈਂਬਰ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਨੁਪਾਤਕ ਚੋਣ ਪ੍ਰਣਾਲੀ ਰਾਹੀਂ ਚੁਣੇ ਜਾਂਦੇ ਨੇ। ਰਾਜ ਸਭਾ ਦੇ 250 ਮੈਂਬਰ ਹੋ ਸਕਦੇ ਨੇ। ਇਹਨਾਂ ਵਿੱਚੋਂ 238 ਮੈਂਬਰ ਆ ਬੇਟਾ ਜਿਹੜੇ ਉਹ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਨੇ ਔਰ 12 ਮੈਂਬਰ ਨੇ ਜਿਹੜੇ ਉਹ ਰਾਸ਼ਟਰਪਤੀ ਦੁਆਰਾ ਉਹਨਾਂ ਲੋਕਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਦੇ ਖੇਤਰ ਵਿੱਚ ਇੱਕ ਮੁਕਾਮ ਹਾਸਲ ਕੀਤਾ ਹੋਵੇ। ਰਾਜ ਸਭਾ ਦਾ ਕਾਰਜ ਆ ਬੱਚਿਓ ਜਿਹੜਾ ਉਹ 6 ਸਾਲ ਦਾ ਹੁੰਦਾ ਹੈ ਔਰ ਉਪ ਰਾਸ਼ਟਰਪਤੀ ਹੈ ਜਿਹੜਾ ਇਸ ਦਾ ਪ੍ਰਧਾਨ ਹੁੰਦਾ, ਅਸੀਂ ਚੇਅਰਮੈਨ ਵੀ ਕਹਿ ਸਕਦੇ ਹਾਂ, ਔਰ ਉਹ ਹੀ ਇਸ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ। ਰਾਜ ਸਭਾ ਜਿਹੜਾ ਇਹ ਸਾਡਾ ਇੱਕ ਸਥਾਈ ਸਦਨ ਹੈ, ਜਿਵੇਂ ਲੋਕ ਸਭਾ ਅਸਥਾਈ ਸਦਨ ਹੈਗਾ। ਇਸ ਦੇ 1/3 ਮੈਂਬਰ ਹਰ 2 ਸਾਲਾਂ ਬਾਅਦ ਆ ਜਿਹੜੇ ਰਿਟਾਇਰ ਹੋ ਜਾਂਦੇ ਨੇ ਤੇ ਇਸ ਦਾ ਮੈਂਬਰ ਬਣਨ ਲਈ ਨਾਗਰਿਕ ਨੂੰ 30 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਹੋਣਾ ਚਾਹੀਦਾ। ਅੱਗੇ ਅਸੀਂ ਬੱਚਿਓ ਸੰਸਦ ਦੀਆਂ ਸ਼ਕਤੀਆਂ ਦੀ ਗੱਲ ਕਰਾਂਗੇ। ਜਿਹੜੀ ਸੰਸਦ ਹੈ ਉਹ ਸਾਡੀ ਸਰਕਾਰ ਦਾ ਸਰਵ ਸ੍ਰੇਸ਼ਟ ਅੰਗ ਹੈ
ਪਹਿਲਾਂ ਨੇਗੀਆਂ ਵਿਧਾਨਿਕ ਸ਼ਕਤੀ। ਇਹਦੇ ਵਿੱਚ ਸੰਸਦ ਸੰਘੀ ਅਤੇ ਸਮਵਰਤੀ ਸੂਚੀਆਂ ਵਿੱਚ ਅੰਕਿਤ ਵਿਸ਼ਿਆਂ ਉੱਤੇ ਕਾਨੂੰਨਾਂ ਦਾ ਨਿਰਮਾਣ ਕਰ ਸਕਦੀ ਹੈ। ਵਿਸ਼ੇਸ਼ ਹਾਲਤਾਂ ਵਿੱਚ ਸੰਵਿਧਾਨ ਅਨੁਸਾਰ ਰਾਜ ਸੂਚੀ ਵਿੱਚ ਅੰਕਿਤ ਵਿਸ਼ਿਆਂ 'ਤੇ ਵੀ ਸੰਸਦ ਹੈ ਜਿਹੜੀ ਉਹ ਕਾਨੂੰਨ ਬਣਾ ਸਕਦੀ ਹੈ। ਨਵੇਂ ਕਾਨੂੰਨਾਂ ਦਾ ਨਿਰਮਾਣ, ਪੁਰਾਣੇ ਕਾਨੂੰਨਾਂ 'ਚ ਸੋਧ ਜਾਂ ਉਹਨਾਂ ਨੂੰ ਸਮਾਪਤ ਵੀ ਕਰ ਸਕਦੀ ਹੈ। ਕਾਰਜਕਾਰੀ ਸ਼ਕਤੀਆਂ ਦੇ ਵਿੱਚ ਬੱਚਿਓ, ਭਾਰਤੀ ਸੰਸਦ ਨੂੰ ਸੰਵਿਧਾਨ ਦੁਆਰਾ ਬਹੁਤ ਸਾਰੀਆਂ ਸ਼ਕਤੀਆਂ ਕਾਰਜਪਾਲਿਕਾ ਨੂੰ ਨਿਯੰਤਰਣ ਵਿੱਚ ਰੱਖਣ ਲਈ ਸੌਂਪੀਆਂ ਗਈਆਂ ਹਨ। ਪ੍ਰਧਾਨ ਮੰਤਰੀ ਅਤੇ ਉਸਦੀ ਮੰਤਰੀ ਪਰਿਸ਼ਦ ਆਪਣੇ ਕਾਰਜਾਂ, ਨੀਤੀਆਂ ਅਤੇ ਫੈਸਲਿਆਂ ਲਈ ਲੋਕ ਸਭਾ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਇਸ ਦਾ ਭਾਵ ਹੈ ਕਿ ਲੋਕ ਸਭਾ ਦੁਆਰਾ ਅਵਿਸ਼ਵਾਸ ਦਾ ਮਤਾ ਪਾਸ ਕਰਨ 'ਤੇ ਮੰਤਰੀ ਪਰਿਸ਼ਦ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ। ਇਸ ਤਰ੍ਹਾਂ ਸੰਸਦ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਕੇ ਤੱਤਾਂ ਬਾਰੇ ਸਪਸ਼ਟੀਕਰਨ ਮੰਗ ਸਕਦੇ ਹਨ। ਧਿਆਨ ਦਬਾਊ ਮਤੇ ਰਾਹੀਂ ਸਰਕਾਰ ਦਾ ਧਿਆਨ ਕਿਸੇ ਜ਼ਰੂਰੀ ਘਟਨਾ ਵੱਲ ਦਵਾ ਸਕਦੇ ਹਨ ਤੇ ਨਿੰਦਾ ਮਤੇ ਦੁਆਰਾ ਕਿਸੇ ਇੱਕ ਮੰਤਰੀ ਵਿਰੁੱਧ ਕਿਸੇ ਵਿਸ਼ੇਸ਼ ਕੰਮ ਦੀ ਨਿਖੇਧੀ ਵੀ ਕਰ ਸਕਦੇ ਹਨ। ਅੱਗੇ ਆ ਗਈਆਂ ਬੱਚਿਓ ਵਿੱਤੀ ਸ਼ਕਤੀਆਂ। ਵਿੱਤੀ ਸ਼ਕਤੀਆਂ ਸੰਸਦ ਦਾ ਵਿੱਤੀ ਮਾਮਲਿਆਂ ਅਤੇ ਬਜਟ 'ਤੇ ਪੂਰਾ ਨਿਯੰਤਰਣ ਹੁੰਦਾ ਹੈ। ਸਰਕਾਰ ਦੇ ਖਰਚੇ 'ਤੇ ਪੂਰੀ ਨਿਗਰਾਨੀ ਰੱਖਦੀ ਹੈ ਤੇ ਸਾਰੇ ਨਵੇਂ ਕਰ ਇਸ ਦੀ ਇੱਛਾ ਅਨੁਸਾਰ ਲਾਏ ਜਾਂਦੇ ਨੇ। ਪੁਰਾਣੇ ਕਰਾਂ ਨੂੰ ਸੋਧ ਜਾਂ ਸਮਾਪਤ ਕਰ ਸਕਦੀ ਹੈ। ਸੰਸਦ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰ ਨਾ ਤਾਂ ਸਰਕਾਰੀ ਖਜ਼ਾਨੇ ਵਿੱਚੋਂ ਧਨ ਕਢਾ ਸਕਦੀ ਹੈ ਤੇ ਨਾ ਹੀ ਉਸ ਵਿੱਚ ਧਨ ਪਾ ਸਕਦੀ ਹੈ ਬੱਚਿਓ। ਅੱਗੇ ਆ ਗਈਆਂ ਨਿਆਇਕ ਸ਼ਕਤੀਆਂ। ਸੰਸਦ ਦੁਆਰਾ ਰਾਸ਼ਟਰਪਤੀ ਵਿਰੁੱਧ ਨਿਸ਼ਚਿਤ ਨਿਯਮਾਂ ਅਨੁਸਾਰ ਮਹਾਦੋਸ਼ ਦਾ ਮੁਕੱਦਮਾ ਚਲਾ ਕੇ ਉਸ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ। ਜੇਕਰ ਸੰਸਦ ਦੇ ਦੋਵੇਂ ਸਦਨ ਆਪਣੇ ਆਪਣੇ ਅਲੱਗ-ਅਲੱਗ ਮਤਿਆਂ ਦੁਆਰਾ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਵਿਰੁੱਧ ਦੋਸ਼ ਦੇ ਮਤੇ ਪਾਸ ਕਰ ਦੇਣ ਤਾਂ ਰਾਸ਼ਟਰਪਤੀ ਜੱਜਾਂ ਨੂੰ ਹਟਾਉਣ ਦਾ ਆਦੇਸ਼ ਜਾਰੀ ਕਰ ਸਕਦਾ। ਅੱਗੇ ਵਿਧਾਨਕ ਵਿਧੀ ਆ ਗਈ ਬੱਚਿਓ। ਇਹਦੇ ਵਿੱਚ ਸਾਡੇ ਕੋਲੇ ਆ ਜਾਂਦਾ ਹੈ ਵਿੱਤੀ ਬਿੱਲ ਤੇ ਸਧਾਰਨ ਬਿੱਲ। ਸਧਾਰਨ ਬਿੱਲ ਹੈ ਜਿਹੜਾ ਉਹ ਸੰਸਦ ਦੇ ਸਾਡੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਨੂੰ ਕਿਸੇ ਵੀ ਕਾਨੂੰਨ ਸੰਬੰਧੀ ਪ੍ਰਸਤਾਵ ਨੂੰ ਬਿੱਲ ਕਿਹਾ ਜਾਂਦਾ ਹੈ। ਬਿੱਲ ਕਿਸੇ ਮੰਤਰੀ ਜਾਂ ਮੈਂਬਰ ਵੱਲੋਂ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਹਨੂੰ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ ਤੇ ਹਰ ਪੜਾਅ 'ਤੇ ਇਸ ਬਾਰੇ ਵਿਚਾਰ ਹੁੰਦੀ ਹੈ ਤੇ ਵੱਖ-ਵੱਖ ਮੈਂਬਰ ਨੇ ਜਿਹੜੇ ਵੱਖ-ਵੱਖ ਦਲਾਂ ਦੇ ਆਪਣੇ ਵਿਚਾਰ ਪ੍ਰਗਟਾਉਂਦੇ ਆ ਅਤੇ ਇਹਦੇ ਬਾਰੇ ਸੁਝਾਅ ਦਿੰਦੇ ਨੇ। ਬਿੱਲ ਜਦੋਂ ਸਦਨ 'ਚ ਪੇਸ਼ ਹੁੰਦਾ ਹੈ ਤਾਂ ਇਸ ਦੇ ਉਦੇਸ਼ ਅਤੇ ਪੇਸ਼ ਕਰਨ ਦੇ ਕਾਰਨ ਦੱਸੇ ਜਾਂਦੇ ਨੇ। ਫਿਰ ਦੂਜੀ ਪੜ੍ਹਤ ਦੌਰਾਨ ਇਸ 'ਤੇ ਬਹਿਸ ਹੁੰਦੀ ਹੈ ਤੇ ਇਸ ਬਿੱਲ ਬਾਰੇ ਕੁਝ ਪਰਿਵਰਤਨ ਵੀ ਕੀਤੇ ਜਾਂਦੇ ਨੇ। ਇਸ ਉਪਰੰਤ ਤੀਜੀ ਪੜ੍ਹਤ ਹੁੰਦੀ ਹੈ ਜਿਸ ਦੌਰਾਨ ਬਿੱਲ ਉੱਤੇ ਵੋਟਾਂ ਪਾਈਆਂ ਜਾਂਦੀਆਂ ਨੇ। ਜੇਕਰ ਸਦਨ ਦਾ ਬਹੁਮਤ ਬਿੱਲ ਪਾਸ ਕਰ ਦੇਵੇ ਤਾਂ ਇਹ ਬਿੱਲ ਸਦਨ ਵੱਲੋਂ ਪਾਸ ਹੋ ਜਾਂਦਾ ਤੇ ਪਾਸ ਹੋਣ ਉਪਰੰਤ ਬਿੱਲ ਦੂਜੇ ਸਦਨ 'ਚ ਵਿਚਾਰ ਕਰਨ ਲਈ ਭੇਜਿਆ ਜਾਂਦਾ ਹੈ ਤੇ ਇਹਨਾਂ ਪੜਾਵਾਂ ਵਿੱਚੋਂ ਹੀ ਉਹਨੂੰ ਦੂਜੇ ਸਦਨ ਵਿੱਚ ਵੀ ਗੁਜ਼ਰਨਾ ਪੈਂਦਾ ਹੈ। ਅਗਰ ਇਹ ਸਦਨ ਵੀ ਪਾਸ ਕਰ ਦਿੰਦਾ ਹੈ ਤਾਂ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਂਦਾ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਬਿੱਲ ਆ ਬੱਚੋ ਜਿਹੜਾ ਉਹ ਕਾਨੂੰਨ ਬਣ ਜਾਂਦਾ। ਅਗਲਾ ਆ ਗਿਆ ਵਿੱਤੀ ਬਿੱਲ। ਵਿੱਤੀ ਬਿੱਲ ਹੈ ਧਨ ਬਿੱਲ। ਧਨ ਬਿੱਲ ਕਰ ਲਗਾਉਣ, ਸਮਾਪਤ ਕਰਨ, ਘੱਟ ਕਰਨ ਜਾਂ ਧਨ ਉਧਾਰ ਲੈਣ ਜਾਂ ਦੇਣ ਜਾਂ ਸੰਚਿਤ ਨਿਧੀ ਵਿੱਚੋਂ ਧਨ ਕੱਢਣ ਜਾਂ ਪਾਉਣ ਨਾਲ ਸੰਬੰਧਿਤ ਹੁੰਦਾ ਹੈ। ਸੰਵਿਧਾਨ ਅਨੁਸਾਰ ਰਾਸ਼ਟਰਪਤੀ ਨੂੰ ਹਰੇਕ ਸਾਲ ਬਜਟ ਨੂੰ ਤਿਆਰ ਕਰਵਾਉਣ ਅਤੇ ਸੰਸਦ ਦੇ ਦੋਹਾਂ ਸਦਨਾਂ ਸਾਹਮਣੇ ਪੇਸ਼ ਕਰਾਉਣਾ ਜ਼ਰੂਰੀ ਹੁੰਦਾ ਹੈ। ਬਜਟ ਆਮ ਤੌਰ 'ਤੇ ਵਿੱਤ ਮੰਤਰੀ ਵੱਲੋਂ ਫਰਵਰੀ ਦੇ ਅਖੀਰਲੇ ਹਫ਼ਤੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਜਟ ਪੇਸ਼ ਹੋਣ 'ਤੇ 3 ਦਿਨਾਂ ਮਗਰੋਂ ਬਜਟ ਉੱਤੇ ਦੋਹਾਂ ਸਦਨਾਂ ਵਿੱਚ ਆਮ ਬਹਿਸ ਹੁੰਦੀ ਹੈ ਤੇ ਉਸੇ ਤਰ੍ਹਾਂ ਵਿਚਾਰ ਵਟਾਂਦਰਾ ਹੁੰਦਾ ਗਾ ਤੇ ਇਸ ਨੂੰ ਸਾਰੇ ਪੜਾਵਾਂ ਦੇ ਵਿੱਚੋਂ ਨਿਕਲਣਾ ਪੈਂਦਾ। ਅੱਗੇ ਅਸੀਂ ਗੱਲ ਕਰਾਂਗੇ ਰਾਸ਼ਟਰਪਤੀ ਦੀ। ਰਾਸ਼ਟਰਪਤੀ ਬਣਨ ਲਈ ਯੋਗਤਾ ਪਹਿਲਾਂ ਉਹਨਾਂ ਦੀ ਉਮਰ ਆ ਜਿਹੜੀ ਉਹ 35 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਭਾਰਤ ਦਾ ਨਾਗਰਿਕ ਹੋਣੇ ਚਾਹੀਦੇ ਹੈ। ਲੋਕ ਸਭਾ ਦਾ ਮੈਂਬਰ ਬਣਨ ਦੀ ਯੋਗਤਾ ਹੋਣੀ ਚਾਹੀਦੀ ਹੈ ਤੇ ਸਰਕਾਰੀ ਅਹੁਦੇ 'ਤੇ ਨਾ। ਜਿਹੜੀ ਰਾਸ਼ਟਰਪਤੀ ਦੀ ਚੋਣ ਹੈਗੀ ਉਹ ਬੱਚਿਓ ਰਾਸ਼ਟਰਪਤੀ ਇੱਕ ਚੋਣ ਮੰਡਲ ਦੁਆਰਾ ਚੁਣਿਆ ਜਾਂਦਾ ਹੈ। ਇਸ ਵਿੱਚ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਆ ਜਿਹੜੇ ਉਹ ਸ਼ਾਮਲ ਹੁੰਦੇ ਨੇ। ਮੈਂਬਰਾਂ ਦੀਆਂ ਵੋਟਾਂ ਦੀ ਸੰਖਿਆ ਸੰਵਿਧਾਨ ਦੁਆਰਾ ਨਿਸ਼ਚਿਤ ਫਾਰਮੂਲੇ ਦੁਆਰਾ ਕੀਤੀ ਜਾਂਦੀ ਹੈ ਤੇ ਰਾਸ਼ਟਰਪਤੀ ਦਾ ਜਿਹੜਾ ਕਾਰਜਕਾਲ ਹੈ ਉਹ 5 ਸਾਲ ਹੁੰਦਾ ਹੈ। ਰਾਸ਼ਟਰਪਤੀ ਤੇ ਮਹਾਦੋਸ਼ ਦਾ ਮੁਕੱਦਮਾ ਚਲਾ ਕੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਵੀ ਇਹਨੂੰ ਹਟਾਇਆ ਜਾ ਸਕਦਾ ਹੈ। ਰਾਸ਼ਟਰਪਤੀ ਦੀਆਂ ਜਿਹੜੀਆਂ ਸ਼ਕਤੀਆਂ ਹੁੰਦੀਆਂ ਬੱਚੋ ਹੁੰਦੀਆਂ ਨੇ ਵਿਧਾਨਿਕ ਸ਼ਕਤੀਆਂ,
ਰਾਸ਼ਟਰਪਤੀ ਸੰਸਦ ਦਾ ਇੱਕ ਮਹੱਤਵਪੂਰਨ ਅੰਗ ਹੁੰਦਾ ਗਾ। ਇਹ ਸੰਸਦ ਦੀਆਂ ਬੈਠਕਾਂ ਬੁਲਾਉਂਦਾ ਹੈ। ਜਦੋਂ ਸੰਸਦ ਦਾ ਇਜਲਾਸ ਬੁਲਾਉਣਾ ਹੁੰਦਾ ਤਾਂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਵੀ ਉਹ ਆਪਣਾ ਭਾਸ਼ਣ ਦੇ ਕੇ ਇਜਲਾਸ ਦਾ ਉਦਘਾਟਨ ਕਰਦਾ ਹੈਗਾ। ਸੰਸਦ ਦੁਆਰਾ ਪਾਸ ਕੀਤੇ ਜਾਣ ਵਾਲਾ ਬਿੱਲ ਵੀ ਰਾਸ਼ਟਰਪਤੀ ਦੇ ਹਸਤਾਖਰ ਹੋਣ ਉਪਰੰਤ ਕਾਨੂੰਨ ਬਣਦਾ ਹੈ। ਅੱਗੇ ਆ ਗਈਆਂ ਬੱਚੋ ਵਿੱਤੀ ਸ਼ਕਤੀਆਂ। ਰਾਸ਼ਟਰਪਤੀ ਸੰਸਦ ਦੇ ਸਾਹਮਣੇ ਸਰਕਾਰ ਦਾ ਸਾਲਾਨਾ ਵਿੱਤੀ ਵੇਰਵਾ ਪੇਸ਼ ਕਰਦਾ ਹੈਗਾ। ਰਾਸ਼ਟਰਪਤੀ ਬਜਟ ਤਿਆਰ ਕਰਵਾ ਕੇ ਸੰਸਦ ਦੇ ਸਾਹਮਣੇ ਪੇਸ਼ ਕਰਵਾਉਂਦਾ ਹੈ, ਜਿਸ ਖਰਚੇ ਅਤੇ ਆਮਦਨ ਦੀ ਸੰਭਾਵਿਤ ਰਾਸ਼ੀ ਹੁੰਦੀ ਹੈਗੀ। ਨਿਆਇਕ ਸ਼ਕਤੀਆਂ ਆ ਗਈਆਂ ਬੱਚਿਓ। ਸੰਵਿਧਾਨ ਵੱਲੋਂ ਰਾਸ਼ਟਰਪਤੀ ਨੂੰ ਕੁਝ ਨਿਆਇਕ ਸ਼ਕਤੀਆਂ ਵੀ ਸੌਂਪੀਆਂ ਗਈਆਂ ਨੇ। ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਕਿਸੇ ਵੀ ਅਦਾਲਤ ਵਿੱਚ ਉਸ ਦੇ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਔਰ ਉਹ ਕਿਸੇ ਅਪਰਾਧੀ ਦੀ ਸਜ਼ਾ ਨੂੰ ਘਟਾ ਸਕਦਾ ਹੈ ਜਾਂ ਬਿਲਕੁਲ ਮਾਫ ਵੀ ਕਰ ਸਕਦਾ ਹੈ। ਜੇਕਰ ਰਾਸ਼ਟਰਪਤੀ ਮਹਿਸੂਸ ਕਰਦਾ ਹੈ ਕਿ ਕੋਈ ਜਨਤਕ ਮਹੱਤਵ ਜਾਂ ਕਾਨੂੰਨੀ ਮਹੱਤਵ ਦਾ ਪ੍ਰਸ਼ਨ ਉਤਪੰਨ ਹੋ ਗਿਆ ਹੈ ਤਾਂ ਉਹ ਸੁਪਰੀਮ ਕੋਰਟ ਦੇ ਅਜਿਹੇ ਮਾਮਲੇ ਤੇ ਸਲਾਹ ਲੈ ਸਕਦਾ ਹੈ। ਉਹ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਕਰਦਾ ਹੈ ਤੇ ਉਹਦੀ ਸਲਾਹ ਨਾਲ ਬਾਕੀ ਦੇ ਜੱਜਾਂ ਨੂੰ ਨਿਯੁਕਤ ਕਰਦਾ ਹੈ। ਅੱਗੇ ਆ ਗਈਆਂ ਬੱਚੋ ਸੰਕਟਕਾਲੀਨ ਸ਼ਕਤੀਆਂ। ਮਨੁੱਖੀ ਜੀਵਨ ਵਾਂਗ ਦੇਸ਼ ਵਿੱਚ ਵੀ ਸੰਕਟ ਆ ਸਕਦਾ ਹੈ। ਅਜਿਹੀ ਸਥਿਤੀ ਨੂੰ ਨਜਿੱਠਣ ਲਈ ਵੀ ਸਾਡੇ ਭਾਰਤੀ ਸੰਵਿਧਾਨ ਵਿੱਚ ਪ੍ਰਬੰਧ ਕੀਤਾ ਗਿਆ ਹੈ। ਇਹਦੇ ਵਿੱਚ ਜਿਵੇਂ ਸਾਡੇ ਆ ਸਕਦਾ ਹੈ ਰਾਸ਼ਟਰੀ ਸੰਕਟ, ਜਦੋਂ ਰਾਸ਼ਟਰਪਤੀ ਦੇ ਵਿਚਾਰ ਅਨੁਸਾਰ ਦੇਸ਼ ਦੇ ਹਮਲੇ ਜਾਂ ਯੁੱਧ ਜਾਂ ਹਥਿਆਰਬੰਦ ਵਿਦਰੋਹ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਗਿਆ ਹੋਵੇ ਤਾਂ ਉਹ ਸਾਰੇ ਦੇਸ਼ ਵਿੱਚ ਜਾਂ ਦੇਸ਼ ਦੇ ਕਿਸੇ ਹਿੱਸੇ ਵਿੱਚ ਸੰਕਟਕਾਲੀਨ ਦੀ ਘੋਸ਼ਣਾ ਕਰ ਸਕਦਾ ਹੈ। ਰਾਜ ਦਾ ਸੰਵਿਧਾਨਿਕ ਸੰਕਟ ਹੋ ਸਕਦਾ ਹੈ, ਜਿਵੇਂ ਰਾਸ਼ਟਰਪਤੀ ਨੂੰ ਰਾਜਪਾਲ ਦੁਆਰਾ ਭੇਜੀ ਗਈ ਰਿਪੋਰਟ ਜਾਂ ਕਿਸੇ ਹੋਰ ਸਾਧਨ ਤੋਂ ਸੂਚਨਾ ਮਿਲਣ ਤੇ ਭਰੋਸਾ ਹੋ ਜਾਏ ਕਿ ਰਾਜ ਵਿੱਚ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ ਹੈ ਤਾਂ ਉਹ ਰਾਜ ਦੇ ਸ਼ਾਸਨ ਨੂੰ ਸੰਵਿਧਾਨ ਅਨੁਸਾਰ ਨਾ ਚਲਾਇਆ ਜਾ ਰਿਹਾ ਹੋਵੇ ਤਾਂ ਰਾਸ਼ਟਰਪਤੀ ਉਸ ਰਾਜ ਵਿੱਚ ਸੰਕਟ ਕਾਲ ਦੀ ਘੋਸ਼ਣਾ ਕਰ ਸਕਦਾ ਹੈ ਤੇ ਰਾਸ਼ਟਰਪਤੀ ਰਾਜ ਹੈ ਜਿਹੜਾ ਉਹ ਲਾਗੂ ਕਰ ਸਕਦਾ ਹੈ। ਅੱਗੇ ਆ ਗਿਆ ਬੱਚੋ ਇਹਦੇ ਵਿੱਚ ਵਿੱਤੀ ਸੰਕਟ। ਜੇਕਰ ਦੇਸ਼ ਕਿਸੇ ਆਰਥਿਕ ਸਥਿਤੀ ਨਾਲ ਜੂਝ ਰਿਹਾ ਹੋਵੇ, ਆਰਥਿਕ ਸਥਿਤੀ ਦਾ ਖਤਰਾ ਪੈ ਜੇ ਤਾਂ ਰਾਸ਼ਟਰਪਤੀ ਹੈ ਜਿਹੜਾ ਵਿੱਤੀ ਸੰਕਟ ਦੀ ਘੋਸ਼ਣਾ ਕਰ ਸਕਦਾ ਬੱਚਿਓ। ਅੱਗੇ ਸਾਡੇ ਕੋਲ ਆ ਗਿਆ ਬੇਟਾ ਉਪ ਰਾਸ਼ਟਰਪਤੀ। ਉਪ ਰਾਸ਼ਟਰਪਤੀ ਹੈ ਜਿਹੜਾ ਉਹ ਸਾਡੀ ਰਾਜ ਸਭਾ ਦਾ ਸਭਾਪਤੀ ਯਾਨੀ ਕਿ ਚੇਅਰਮੈਨ ਹੁੰਦਾ ਹੈ। ਜੇਕਰ ਰਾਸ਼ਟਰਪਤੀ ਬਿਮਾਰੀ ਜਾਂ ਵਿਦੇਸ਼ ਯਾਤਰਾ ਤੇ ਗਿਆ ਜਾਂ ਉਹਦੀ ਗੈਰ ਹਾਜ਼ਰੀ ਵਿੱਚ ਉਪ ਰਾਸ਼ਟਰਪਤੀ ਉਸ ਅਹੁਦੇ ਨੂੰ ਸੰਭਾਲਦਾ ਹੈਗਾ। ਇਹ ਇੱਕ ਚੋਣ ਮੰਡਲ ਦੁਆਰਾ ਚੁਣਿਆ ਜਾਂਦਾ ਹੈ, ਜਿਸ ਵਿੱਚ ਦੋਹਾਂ ਸਦਨਾਂ ਦੇ ਮੈਂਬਰ ਹੁੰਦੇ ਨੇ। 5 ਸਾਲਾਂ ਲਈ ਚੁਣਿਆ ਜਾਂਦਾ ਹੈ, ਪਰੰਤੂ ਸੰਸਦ ਆਪਣੇ ਬਹੁਮਤ ਨਾਲ ਇਹਨੂੰ ਹਟਾ ਵੀ ਸਕਦੀ ਹੈ। ਅੱਗੇ ਆ ਗਿਆ ਬੱਚੋ ਸਾਡੇ ਭਾਰਤ ਦਾ ਪ੍ਰਧਾਨ ਮੰਤਰੀ। ਸੰਸਦੀ ਸਰਕਾਰ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਬੱਚੋ ਜਿਹੜਾ ਉਹ ਸਭ ਤੋਂ ਵੱਧ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਹੁੰਦਾ ਹੈਗਾ। ਭਾਰਤੀ ਸੰਵਿਧਾਨ ਅਨੁਸਾਰ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈਗਾ। ਅਸਲ ਵਿੱਚ ਰਾਸ਼ਟਰਪਤੀ ਵੀ ਅਜਿਹੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ਜਿਹੜਾ ਲੋਕ ਸਭਾ ਵਿੱਚ ਬਹੁਮਤ ਦਲ ਦਾ ਨੇਤਾ ਹੋਵੇ ਜਾਂ ਲੋਕ ਸਭਾ ਦਾ ਬਹੁਮਤ ਪ੍ਰਾਪਤ ਹੋਵੇ। ਪ੍ਰਧਾਨ ਮੰਤਰੀ ਅਤੇ ਮੰਤਰੀ ਰਾਸ਼ਟਰਪਤੀ ਦੀ ਖੁਸ਼ੀ ਤੱਕ ਹੀ ਆਪਣੀ ਪਦਵੀ ਤੇ ਰਹਿ ਸਕਦਾ ਹੈਗਾ। ਅੱਗੇ ਬੱਚਿਓ ਅਸੀਂ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਦੀ ਗੱਲ ਕਰਾਂਗੇ। ਇਹ ਮੰਤਰੀ ਪਰਿਸ਼ਦ ਦਾ ਨਿਰਮਾਣ ਕਰਦਾ ਹੈਗਾ, ਮੰਤਰੀ ਨਿਯੁਕਤ ਕਰਦਾ ਹੈ ਤੇ ਉਹਨਾਂ ਨੂੰ ਵੱਖ-ਵੱਖ ਵਿਭਾਗਾਂ ਦੀ ਵੰਡ ਵੀ ਕਰਦਾ ਹੈਗਾ। ਫਿਰ ਇਹ ਪੁਨਰਗਠਨ ਕਰਦਾ ਹੈਗਾ। ਪ੍ਰਸ਼ਾਸਨ ਨੂੰ ਕੁਸ਼ਲਤਾ ਸਹਿਤ ਚਲਾਉਣ ਅਤੇ ਸਾਂਝੀ ਜ਼ਿੰਮੇਵਾਰੀ ਕਾਰਨ ਮੰਤਰੀ ਪਰਿਸ਼ਦ ਦਾ ਪੁਨਰਗਠਨ ਵੀ ਕਰ ਸਕਦਾ ਹੈਗਾ। ਇਹ ਮੰਤਰੀ ਮੰਡਲ ਦਾ ਮੁਖੀ ਹੁੰਦਾ ਹੈ, ਮੰਤਰੀ ਮੰਡਲ ਦੀਆਂ ਸਾਰੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈਗਾ ਤੇ ਰਾਸ਼ਟਰਪਤੀ ਤੇ ਮੰਤਰੀ ਮੰਡਲ ਵਿੱਚ ਇਹ ਕੜੀ ਦਾ ਕੰਮ ਕਰਦਾ ਹੈਗਾ। ਮੰਤਰੀ ਮੰਡਲ ਦੇ ਫੈਸਲਿਆਂ ਦੀ ਰਾਸ਼ਟਰਪਤੀ ਨੂੰ ਸੂਚਨਾ ਦੇਣੀ ਇਹਦਾ ਕਰਤੱਵ ਹੈ ਤੇ ਰਾਸ਼ਟਰਪਤੀ ਆਪ ਵੀ ਕਿਸੇ ਵਿਭਾਗ ਬਾਰੇ ਸੂਚਨਾ ਪ੍ਰਧਾਨ ਮੰਤਰੀ ਤੋਂ ਪ੍ਰਾਪਤ ਕਰ ਸਕਦਾ ਹੈ। ਸਦਨ ਦਾ ਨੇਤਾ ਹੁੰਦਾ ਇਹ। ਪ੍ਰਧਾਨ ਮੰਤਰੀ ਨੂੰ ਲੋਕ ਸਭਾ ਦਾ ਨੇਤਾ ਮੰਨਿਆ ਜਾਂਦਾ ਹੈ। ਲੋਕ ਸਭਾ ਹਰ ਔਕੜ ਵਿੱਚ ਪ੍ਰਧਾਨ ਮੰਤਰੀ ਤੋਂ ਅਗਵਾਈ ਦੀ ਆਸ ਕਰਦੀ ਹੈ। ਪ੍ਰਧਾਨ ਮੰਤਰੀ ਦੀ ਇੱਛਾ ਵਿਰੁੱਧ ਲੋਕ ਸਭਾ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਉਹਨੂੰ ਲੋਕ ਸਭਾ ਦੇ ਬਹੁਮਤ ਦਾ ਸਮਰਥਨ ਪ੍ਰਾਪਤ ਹੁੰਦਾ। ਸਰਕਾਰ ਦਾ ਮੁਖੀ ਹੁੰਦਾ ਹੈਗਾ। ਰਾਸ਼ਟਰਪਤੀ ਹੈ ਜਿਹੜਾ ਦੇਸ਼ ਦਾ ਮੁਖੀ ਹੈ, ਪਰੰਤੂ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਸਰਕਾਰ ਦਾ ਮੁਖੀ ਹੈ ਬੱਚਿਓ। ਪ੍ਰਧਾਨ ਮੰਤਰੀ ਭਾਰਤ ਸਰਕਾਰ ਦਾ ਮੁੱਖ ਬੁਲਾਰਾ ਤੇ ਪ੍ਰਤੀਨਿਧ ਹੁੰਦਾ ਹੈ। ਅੱਗੇ ਆ ਗਈ ਬੱਚਿਓ ਮੰਤਰੀ ਪਰਿਸ਼ਦ। ਰਾਸ਼ਟਰਪਤੀ ਪਹਿਲਾਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ
ਅਤੇ ਫਿਰ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਦੂਜੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈਗਾ। ਮੰਤਰੀਆਂ ਦੀ ਨਿਯੁਕਤੀ ਸੰਬੰਧੀ ਪ੍ਰਧਾਨ ਮੰਤਰੀ ਦਾ ਜਿਹੜਾ ਫੈਸਲਾ ਉਹ ਅੰਤਿਮ ਹੁੰਦਾ ਹੈ। ਸਧਾਰਨ ਤੌਰ ਤੇ 4 ਤਰ੍ਹਾਂ ਦੇ ਮੰਤਰੀ ਨਿਯੁਕਤ ਕੀਤੇ ਜਾਂਦੇ ਨੇ। ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਅਤੇ ਸੰਸਦੀ ਸਕੱਤਰ। ਕੈਬਨਿਟ ਮੰਤਰੀ ਸਭ ਤੋਂ ਉੱਚੇ ਪੱਧਰ ਦੇ ਮੰਤਰੀ ਹੁੰਦੇ ਨੇ ਜੋ ਮੰਤਰੀ ਪਰਿਸ਼ਦ ਦੀ ਅੰਤਰਿਮ ਕਮੇਟੀ ਦੇ ਮੈਂਬਰ ਹੁੰਦੇ ਨੇ। ਇਹ ਪ੍ਰਸ਼ਾਸਕੀ ਵਿਭਾਗਾਂ ਦੇ ਸੁਤੰਤਰ ਮੁਖੀ ਹੁੰਦੇ ਨੇ। ਰਾਜ ਮੰਤਰੀ ਕੈਬਨਿਟ ਤੋਂ ਹੇਠਾਂ ਪੱਧਰ ਦੇ ਮੰਤਰੀ ਹੁੰਦੇ ਨੇ। ਇਹ ਕੈਬਨਿਟ ਦੀਆਂ ਬੈਠਕਾਂ ਵਿੱਚ ਭਾਗ ਨਹੀਂ ਲੈਂਦੇ। ਆਮ ਤੌਰ ਤੇ ਰਾਜ ਮੰਤਰੀ ਕੈਬਨਿਟ ਮੰਤਰੀ ਦੀ ਸਹਾਇਤਾ ਲਈ ਲਗਾਏ ਜਾਂਦੇ ਨੇ। ਤੇ ਉਪ ਮੰਤਰੀ ਹੁੰਦੇ ਆ ਜਿਹੜੇ ਉਹ ਕੈਬਨਿਟ ਤੇ ਰਾਜ ਮੰਤਰੀ ਦੀ ਸਹਾਇਤਾ ਲਈ ਨਿਯੁਕਤ ਕੀਤੇ ਜਾਂਦੇ ਨੇ। ਇਹ ਕੈਬਨਿਟ ਜਾਂ ਰਾਜ ਮੰਤਰੀ ਵੱਲੋਂ ਸੌਂਪੇ ਗਏ ਕੰਮਾਂ ਦੀ ਦੇਖਭਾਲ ਕਰਦੇ ਨੇ। ਔਰ ਸੰਸਦੀ ਸਕੱਤਰ ਨੇ ਬੱਚੋ ਜਿਹੜੇ ਉਹ ਅਸਲ ਵਿੱਚ ਮੰਤਰੀ ਨਹੀਂ ਹੁੰਦੇ। ਉਹ ਸੰਵਿਧਾਨ ਤੌਰ ਤੇ ਉਹਨਾਂ ਦੀ ਕੋਈ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਹੀਂ ਸੌਂਪੀ ਜਾ ਸਕਦੀ। ਇਹਨਾਂ ਦਾ ਮੁੱਖ ਕੰਮ ਮਹੱਤਵਪੂਰਨ ਵਿਭਾਗਾਂ ਦੇ ਮੰਤਰੀਆਂ ਦੀ ਸੰਸਦ ਵਿੱਚ ਸਹਾਇਤਾ ਕਰਨਾ ਗਾ। ਅੱਗੇ ਬੱਚਿਓ ਆ ਗਏ ਸਾਡੇ ਮੰਤਰੀ ਪਰਿਸ਼ਦ ਦੇ ਕੰਮ। ਇਹ ਅਸਲ ਕਾਰਜਪਾਲਿਕਾ ਹੁੰਦੀ ਹੈ। ਘਰੇਲੂ ਅਤੇ ਵਿਦੇਸ਼ੀ ਨੀਤੀਆਂ ਦਾ ਨਿਰਮਾਣ ਕਰਦੀ ਹੈ। ਮਹੱਤਵਪੂਰਨ ਨਿਯੁਕਤੀਆਂ ਕਰਦੀ ਹੈ। ਸੰਸਦ ਦਾ ਸਮਾਗਮ ਬੁਲਾਉਣ ਦਾ ਨਿਰਣਾ ਲੈਂਦੀ ਹੈ ਤੇ ਹਰੇਕ ਸਾਲ ਬਜਟ ਪੇਸ਼ ਕਰਨਾ, ਨਵੇਂ ਕਰ ਲਗਾਉਣ ਜਾਂ ਪੁਰਾਣੇ ਕਰਾਂ ਵਿੱਚ ਸੋਧ ਜਾਂ ਸਮਾਪਤ ਕਰਨਾ, ਰਾਸ਼ਟਰਪਤੀ ਵੱਲੋਂ ਦਿੱਤਾ ਜਾਣ ਵਾਲਾ ਭਾਸ਼ਣ ਵੀ ਤਿਆਰ ਕਰਨਾ। ਅੱਗੇ ਬੱਚੋ ਸਾਡੀ ਸੁਪਰੀਮ ਕੋਰਟ ਆ ਗਈ, ਸਾਡੇ ਭਾਰਤ ਦੀ ਸਰਬ ਉੱਚ ਅਦਾਲਤ। ਲੋਕਤੰਤਰੀ ਅਤੇ ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਸਫਲਤਾ ਲਈ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਜਿਹੜੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਲਈ ਭਾਰਤ ਦੇ ਸੰਵਿਧਾਨ ਵਿੱਚ ਅਜਿਹਾ ਯਤਨ ਕੀਤਾ ਗਿਆ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਆ ਜਿਹੜੀ ਬਿਨਾਂ ਪੱਖਪਾਤ ਤੋਂ ਅਤੇ ਸਰਕਾਰ ਦੇ ਕਿਸੇ ਅੰਗ ਦੇ ਪ੍ਰਭਾਵ ਤੋਂ ਸੁਤੰਤਰ ਹੋ ਕੇ ਫੈਸਲੇ ਕਰ ਸਕਦੀ ਹੈ। ਇਹ ਸਾਡੇ ਦੇਸ਼ ਦੀ ਸਭ ਤੋਂ ਵੱਡੀ ਅਤੇ ਸਿਖਰ ਦੀ ਅਦਾਲਤ ਹੈ ਬੱਚਿਓ। ਇਸ ਦੇ ਫੈਸਲੇ ਨੇ ਜਿਹੜੇ ਉਹ ਅੰਤਮ ਹੁੰਦੇ ਨੇ ਅਤੇ ਉਹਨਾਂ ਦੇ ਵਿਰੁੱਧ ਕਿਧਰੇ ਹੋਰ ਅਪੀਲ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਜਿਹੜੀ ਸੁਪਰੀਮ ਕੋਰਟ ਹੈ ਉਹ ਆਪਣੀਆਂ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਦੇ ਵਿਰੁੱਧ ਅਪੀਲਾਂ ਸੁਣਦੀ ਹੈ ਅਤੇ ਫੈਸਲੇ ਕਰਦੀ ਹੈ। ਨਾਲ ਤੁਸੀਂ ਬੱਚੋ ਸੁਪਰੀਮ ਕੋਰਟ ਦੀ ਤਸਵੀਰ ਆ ਜਿਹੜੀ ਉਹ ਦੇਖ ਸਕਦੇ ਹੋ। ਸੁਪਰੀਮ ਕੋਰਟ ਦਾ ਜੱਜ ਬਣਨ ਲਈ ਕੀ ਯੋਗਤਾ ਬੱਚੋ? ਉਹ ਕਾਨੂੰਨੀ ਮਾਹਰ ਹੋਣਾ ਚਾਹੀਦਾ ਹੈ, ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਤੇ ਉਸਨੇ ਘੱਟੋ ਘੱਟ 5 ਸਾਲ ਕਿਸੇ ਇੱਕ ਜਾਂ 2 ਉੱਚ ਅਦਾਲਤਾਂ ਵਿੱਚ ਲਗਾਤਾਰ ਜੱਜ ਰਿਹਾ ਹੋਵੇ। ਤੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਸ਼ਕਤੀਆਂ ਨੇ ਬੱਚਿਓ ਉਹ ਇਹਨਾਂ ਦਾ ਮੁੱਢਲਾ ਅਧਿਕਾਰ ਖੇਤਰ, ਜਿਹੜੇ ਮੁਕੱਦਮੇ ਸਿੱਧੇ ਇਸ ਅਦਾਲਤ ਵਿੱਚ ਪੇਸ਼ ਕੀਤੇ ਜਾਂਦੇ ਨੇ ਉਹਨਾਂ ਨੂੰ ਮੁੱਢਲਾ ਅਧਿਕਾਰ ਖੇਤਰ ਕਿਹਾ ਜਾਂਦਾ ਹੈ। ਅੱਗੇ ਇਹਨਾਂ ਦਾ ਆ ਗਿਆ ਬੱਚੋ ਅਪੀਲੀ ਅਧਿਕਾਰ ਖੇਤਰ। ਇਹਨਾਂ ਦੇ ਵਿੱਚ ਅਪੀਲਾਂ ਸੁਣਨ ਦਾ ਅਧਿਕਾਰ ਵੀ ਬਹੁਤ ਵਿਸ਼ਾਲ ਹੈਗਾ। ਸਲਾਹਕਾਰੀ ਸ਼ਕਤੀ ਹੈ। ਭਾਰਤ ਦਾ ਰਾਸ਼ਟਰਪਤੀ ਕਿਸੇ ਵੀ ਕਾਨੂੰਨੀ ਜਾਂ ਸੰਵਿਧਾਨਕ ਮਸਲੇ ਤੇ ਸੁਪਰੀਮ ਕੋਰਟ ਦੀ ਸਲਾਹ ਲੈ ਸਕਦਾ ਹੈਗਾ। ਅਭਿਲੇਖ ਅਦਾਲਤ ਹੈ ਇਹ। ਇਸਦਾ ਭਾਵ ਹੈ ਕਿ ਸੁਪਰੀਮ ਕੋਰਟ ਦੀ ਸੰਪੂਰਨ ਕਾਰਵਾਈ ਫੈਸਲੇ ਪ੍ਰਮਾਣ ਦੇ ਤੌਰ ਤੇ ਪ੍ਰਕਾਸ਼ਿਤ ਕੀਤੇ ਜਾਂਦੇ ਨੇ। ਇਹਨਾਂ ਫੈਸਲਿਆਂ ਨੂੰ ਦ੍ਰਿਸ਼ਟਾਂਤ ਦੇ ਰੂਪ ਵਿੱਚ ਮੰਨਣਾ ਜ਼ਰੂਰੀ ਹੈ। ਨਿਆਂਇਕ ਪੁਨਰ ਨਿਰੀਖਣ ਦੀ ਸ਼ਕਤੀ ਹੈ ਇਹਦੇ ਕੋਲ। ਇਹ ਕਾਰਜਪਾਲਿਕਾ ਦੇ ਆਦੇਸ਼ਾਂ, ਵਿਧਾਨ ਪਾਲਿਕਾ ਦੇ ਕਾਨੂੰਨਾਂ ਦਾ ਨਿਆਂਇਕ ਪੁਨਰ ਨਿਰੀਖਣ ਕਰ ਸਕਦੀ ਹੈ। ਉਹਨੂੰ ਸੰਵਿਧਾਨਿਕ ਕਸਵੱਟੀ ਤੇ ਪਰਖਦੀ ਹੈਗੀ। ਜੇਕਰ ਕਾਰਜਪਾਲਿਕਾ ਦੁਆਰਾ ਦਿੱਤਾ ਗਿਆ ਕੋਈ ਆਦੇਸ਼ ਜਾਂ ਰਾਜਾਂ ਦੀਆਂ ਵਿਧਾਨ ਪਾਲਿਕਾਵਾਂ ਜਾਂ ਭਾਰਤੀ ਸੰਸਦ ਦੁਆਰਾ ਪਾਸ ਕੀਤਾ ਗਿਆ ਕੋਈ ਵੀ ਕਾਨੂੰਨ ਸੰਵਿਧਾਨ ਅਨੁਸਾਰ ਨਹੀਂ ਹੈ ਜਾਂ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਸੁਪਰੀਮ ਕੋਰਟ ਅਜਿਹੇ ਆਦੇਸ਼ ਜਾਂ ਕਾਨੂੰਨ ਨੂੰ ਰੱਦ ਘੋਸ਼ਿਤ ਕਰ ਸਕਦੀ ਹੈ ਬੱਚਿਓ। ਇਹਦੇ ਨਾਲ ਹੀ ਬੇਟਾ ਤੁਹਾਡਾ ਲੈਸਨ ਆ ਜਿਹੜਾ ਉਹ ਸਮਾਪਤ ਹੁੰਦਾ ਤੇ ਅੱਗੇ ਆ ਗਏ ਪ੍ਰਸ਼ਨ ਉੱਤਰ। ਬੇਟਾ ਪਹਿਲਾਂ ਆ ਗਏ ਛੋਟੇ ਪ੍ਰਸ਼ਨ ਸਾਡੇ, ਇਹਨਾਂ ਨੂੰ ਤੁਸੀਂ ਆਪਣੀ ਕਾਪੀ ਦੇ ਉੱਪਰ ਨੋਟ ਕਰ ਸਕਦੇ ਹੋ ਬੱਚਿਓ। ਔਰ ਜੇਕਰ ਤੁਹਾਨੂੰ ਜਿਹੜੀ ਵੀਡੀਓ ਸਮਝ ਆਈ ਤੇ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ। ਤੁਹਾਡੇ ਨੀਚੇ ਵੀਡੀਓ ਦੇ ਬੈਲ ਦਾ ਆਈਕਨ ਹੈ ਜਿਹੜਾ ਉਹ ਆ ਰਿਹਾ ਹੋਣਾ ਤੇ ਰੈੱਡ ਅੱਖਰਾਂ ਦੇ ਵਿੱਚ ਸਬਸਕ੍ਰਾਈਬ ਲਿਖਿਆ ਆਉਂਦਾ ਆ ਰਿਹਾ ਹੋਣਾ, ਉਹਦੇ ਤੇ ਕਲਿੱਕ ਕਰ ਲਓ। ਫਿਰ ਬੈਲ ਦੇ ਆਈਕਨ ਘੰਟੀ ਦੇ ਨਿਸ਼ਾਨ ਤੇ ਕਲਿੱਕ ਕਰ ਲਓ। ਇਹਦੇ ਨਾਲ ਆ ਬੱਚੋ
ਜਿਹੜੀ ਵੀਡੀਓ ਇਸ ਤੋਂ ਬਾਅਦ ਕੋਈ ਵੀ ਲੈਸਨ ਅਸੀਂ ਅਪਲੋਡ ਕਰਾਂਗੇ ਤਾਂ ਉਹਦਾ ਮੈਸੇਜ ਹੈ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਫ਼ੋਨ ਦੀ ਸਕਰੀਨ 'ਤੇ ਆਪਣੇ ਆਪ ਆ ਜਾਏਗਾ। ਤੁਹਾਨੂੰ ਇੱਧਰੋਂ ਉੱਧਰੋਂ ਲੱਭਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ। ਇਸ ਤੋਂ ਬਾਅਦ ਸਾਡੇ ਅਗਲੇ ਪ੍ਰਸ਼ਨ ਆ ਗਏ ਬੱਚੋ, ਜਿਨ੍ਹਾਂ ਦੀ ਅਸੀਂ ਵਿਆਖਿਆ ਕਰਨੀ ਹੈ, ਜਿਵੇਂ ਮਹਾਦੋਸ਼ ਦਾ ਮੁਕੱਦਮਾ, ਅਧਿਆਦੇਸ਼, ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ, ਰਾਸ਼ਟਰਪਤੀ ਰਾਜ ਦਾ ਨਾਮਾਤਰ ਮੁਖੀ, ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਦੀ ਬਣਤਰ। ਇਸ ਪੇਜ 'ਤੇ ਅਸੀਂ ਮਹਾਦੋਸ਼ ਦਾ ਮੁਕੱਦਮਾ, ਅਧਿਆਦੇਸ਼, ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਵਿਅਕਤੀਗਤ ਜ਼ਿੰਮੇਵਾਰੀ ਕਰ ਲਈ ਹੈ। ਅੱਗੇ ਅਸੀਂ ਰਾਸ਼ਟਰਪਤੀ ਸ਼ਾਸਕ ਜਾਂ ਨਾਮਾਤਰ ਮੁਖੀ, ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਦੀ ਬਣਤਰ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਬੱਚੋ, ਪ੍ਰਧਾਨ ਮੰਤਰੀ ਦੀ ਨਿਯੁਕਤੀ ਹੈ ਜਿਹੜੀ ਉਹ ਕਿਵੇਂ ਹੁੰਦੀ ਹੈ। ਪ੍ਰਧਾਨ ਮੰਤਰੀ ਦੀ ਨਿਯੁਕਤੀ, ਅਗਲਾ ਹੈਗਾ ਰਾਸ਼ਟਰਪਤੀ ਦੀਆਂ ਕਿੰਨੇ ਪ੍ਰਕਾਰ ਦੀਆਂ ਸੰਕਟਕਾਲੀਨ ਸ਼ਕਤੀਆਂ ਨੇ, ਉਹ ਆਪਾਂ ਕਰਕੇ ਹਟੇ ਹਾਂ ਬੱਚਿਓ, 3 ਤਰ੍ਹਾਂ ਦੀਆਂ ਸੀ। ਅਗਲਾ ਹੈਗਾ ਸਰਵ ਉੱਚ ਅਦਾਲਤ ਦੇ ਜੱਜਾਂ ਦੀਆਂ 3 ਯੋਗਤਾਵਾਂ ਦੱਸੋ, ਇਹ ਤੁਸੀਂ ਲਿਖ ਸਕਦੇ ਹੋ। ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਿਵੇਂ ਹੁੰਦੀ ਹੈ, ਇਹ ਤੁਸੀਂ ਦੱਸ ਸਕਦੇ ਹੋ। ਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈਗਾ ਬੱਚਿਓ, ਇਹ ਵੀ ਤੁਸੀਂ ਲਿਖ ਸਕਦੇ ਹੋ। ਅੱਗੇ ਬੱਚਿਓ ਇਹਨਾਂ ਦੀ ਵਿਆਖਿਆ ਕਰਨੀ ਹੈ ਅਸੀਂ। ਨਿਆਇਕ ਪੁਨਰ ਨਿਰੀਖਣ, ਮੁੱਢਲਾ ਅਧਿਕਾਰ ਖੇਤਰ, ਸੁਤੰਤਰ ਨਿਆਂਪਾਲਿਕਾ ਤੇ ਅਭਿਲੇਖ ਅਦਾਲਤ। ਇਹ ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲੈਣੇ ਆ ਬੱਚਿਓ। ਅੱਗੇ ਸਾਡੇ ਕੋਲ ਆ ਗਿਆ ਸਲਾਹੀ ਅਧਿਕਾਰ ਖੇਤਰ, ਵਿਸ਼ੇਸ਼ ਅਪੀਲਾਂ ਸੁਣਨ ਦਾ ਅਧਿਕਾਰ। ਤੇ ਅੱਗੇ ਸਾਡਾ ਪਹਿਲਾ ਪ੍ਰਸ਼ਨ ਆ ਗਿਆ, ਸੰਸਦ ਵਿੱਚ ਇੱਕ ਬਿੱਲ ਕਾਨੂੰਨ ਕਿਵੇਂ ਬਣਦਾ ਹੈ। ਪਹਿਲਾ ਪੜਾਅ, ਦੂਜਾ ਪੜਾਅ, ਤੀਜਾ ਪੜਾਅ, ਫਿਰ ਬਿੱਲ ਦੂਸਰੇ ਸਦਨ ਵਿੱਚ, ਫਿਰ ਰਾਸ਼ਟਰਪਤੀ ਦੀ ਮਨਜ਼ੂਰੀ ਵਿੱਚ। ਜੇਕਰ ਬੱਚਿਓ ਤੋਂ ਹੱਥੋਂ ਜਲਦੀ ਵਿੱਚ ਨੋਟ ਨਹੀਂ ਹੁੰਦਾ ਤਾਂ ਤੁਸੀਂ ਵੀਡੀਓ ਨੂੰ ਪੌਜ਼ ਕਰਕੇ, ਜਦੋਂ ਤੁਸੀਂ ਵੀਡੀਓ 'ਤੇ ਕਲਿੱਕ ਕਰੋਗੇ ਤਾਂ ਵੀਡੀਓ ਜਿਹੜੀ ਪੌਜ਼ ਹੋ ਜੂਗੀ ਤਾਂ ਤੁਸੀਂ ਆਰਾਮ ਨਾਲ ਆਪਣੇ ਪ੍ਰਸ਼ਨਾਂ ਦੇ ਉੱਤਰ ਆ ਜਿਹੜੇ ਉਹ ਕਰ ਸਕਦੇ ਹੋ। ਅਗਲਾ ਪ੍ਰਸ਼ਨ ਹੈ, ਸੰਸਦ ਦੀਆਂ ਕਿਸੇ 3 ਸ਼ਕਤੀਆਂ ਦਾ ਵਰਣਨ ਕਰੋ। ਵਿਧਾਨਿਕ ਸ਼ਕਤੀਆਂ, ਕਾਰਜਪਾਲਿਕਾ ਸ਼ਕਤੀਆਂ, ਵਿੱਤੀ ਸ਼ਕਤੀਆਂ। ਅਗਲਾ ਪ੍ਰਸ਼ਨ ਹੈ ਬੱਚੋ, ਲੋਕ ਸਭਾ ਦੇ ਸਪੀਕਰ ਦੀ ਲੋਕ ਸਭਾ ਵਿੱਚ ਨਿਭਾਈ ਜਾਂਦੀ ਭੂਮਿਕਾ ਬਾਰੇ ਨੋਟ ਲਿਖੋ। ਕਾਰਵਾਈ ਦਾ ਸੰਚਾਲਨ, ਅਨੁਸ਼ਾਸਨ, ਬਿੱਲ ਦੇ ਸਰੂਪ ਸੰਬੰਧੀ ਫੈਸਲਾ। ਸਾਂਝੀਆਂ ਬੈਠਕਾਂ ਦੀ ਪ੍ਰਧਾਨਗੀ। ਅਗਲਾ ਪ੍ਰਸ਼ਨ ਹੈ ਬੇਟਾ ਸਾਡਾ, ਪ੍ਰਧਾਨ ਮੰਤਰੀ ਮੰਡਲ ਤੇ ਮੰਤਰੀ ਪ੍ਰੀਸ਼ਦ ਵਿੱਚ ਭੇਦ ਦੱਸੋ। ਇਹ ਤੁਸੀਂ ਨੋਟ ਕਰ ਲੈਣਾ ਆਪਣੀਆਂ ਕਾਪੀਆਂ 'ਤੇ। ਅੱਗੇ ਆ ਗਿਆ, ਕੇਂਦਰੀ ਮੰਤਰੀ ਪ੍ਰੀਸ਼ਦ ਵਿੱਚ ਕਿੰਨੀ ਪ੍ਰਕਾਰ ਦੇ ਮੰਤਰੀ ਹੁੰਦੇ, ਆਪਾਂ ਇਹ ਕਰਕੇ ਹਟੇ ਸੀ ਬੇਟਾ। 4 ਪ੍ਰਕਾਰ ਦੇ, ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਤੇ ਸੰਸਦੀ ਸਕੱਤਰ। ਪ੍ਰਧਾਨ ਮੰਤਰੀ ਦੇ ਕੋਈ 4 ਮਹੱਤਵਪੂਰਨ ਕੰਮਾਂ ਦਾ ਵੇਰਵਾ ਦਿਓ, ਜਾਂ ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਧੁਰਾ ਹੁੰਦਾ, ਇਹਦੀ ਵਿਆਖਿਆ ਕਰੋ। ਇਹ ਪ੍ਰਸ਼ਨ ਬੜਾ ਇੰਪੋਰਟੈਂਟ ਆ ਬੇਟਾ। ਭਾਰਤ ਦੇ ਉਪ ਰਾਸ਼ਟਰਪਤੀ ਦਾ ਸੰਖੇਪ ਵੇਰਵਾ ਦਿਓ, ਉਹਦੇ ਬਾਰੇ ਜਾਣਕਾਰੀ ਦੇਣੀ ਆ ਬੇਟਾ ਅਸੀਂ। ਅਗਲਾ ਪ੍ਰਸ਼ਨ ਹੈ ਸਾਡਾ, ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਸੰਖੇਪ ਵੇਰਵਾ ਦਿਓ। ਰਾਸ਼ਟਰੀ ਸੰਕਟ, ਰਾਜ ਦਾ ਸੰਵਿਧਾਨਿਕ ਸੰਕਟ ਤੇ ਵਿੱਤੀ ਸੰਕਟ। ਇਹ ਤੁਸੀਂ ਨੋਟ ਕਰ ਲੈਣਾ ਆਪਣੀ ਕਾਪੀ 'ਤੇ। ਸੁਪਰੀਮ ਕੋਰਟ ਦੇ ਮੁੱਢਲੇ ਅਧਿਕਾਰ ਖੇਤਰ ਦਾ ਵਰਣਨ ਕਰੋ, ਇਹ ਅਸੀਂ ਲਿਖ ਲੈਣਾ ਹੈਗਾ। ਤੇ ਇਹਦੇ ਨਾਲ ਹੀ ਬੱਚੋ ਸਾਡਾ ਜਿਹੜਾ ਪਾਠ ਸੀ ਉਹ ਸਮਾਪਤ ਹੁੰਦਾ ਹੈਗਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲਾ ਲੈਸਨ ਲੈ ਕੇ ਬੱਚੋ ਜਲਦੀ ਹੀ ਮਿਲਦੇ ਹਾਂ। ਵੀਡੀਓ ਨੂੰ ਸਮਝਣ ਤੇ ਸਿੱਖਣ ਲਈ ਤੇ ਜਾਣਕਾਰੀ ਲੈਣ ਲਈ ਬੇਟਾ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ।